इंडिया 'ਚ 50 रुपए लीटर तो भी सस्ता हो सकता है पेट्रोल ते डीजल। सरकार लवेगी ਵੱਡਾ फैसला। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੀਤੀ ਦਿਨੀ ਲੋਕ ਸਭਾ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਦੇਸ਼ ਅੰਦਰ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ। ਮੰਗਲਵਾਰ ਨੂੰ ਲੋਕ ਸਭਾ ਵਿੱਚ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਕੇਂਦਰ ਸਰਕਾਰ GST ਦੇ ਤਹਿਤ ਲਿਆਉਣ ਲਈ ਚਰਚਾ ਕਰਨ ਨੂੰ ਤਿਆਰ ਹੈ। ਅਗਲੀ GST ਕੌਂਸਲ ਦੀ ਬੈਠਕ ਵਿੱਚ ਇਸ ਮੁੱਦੇ ਤੇ ਵੀ ਸੂਬੇ ਦੇ ਵਿੱਤ ਮੰਤਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਵਿੱਤ ਮੰਤਰੀ ਦੇ ਇਸ ਬਿਆਨ ਪਿੱਛੋਂ ਕਈ ਵਿੱਤ ਮਾਹਰਾਂ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਜੇਕਰ GST ਕੌਂਸਲ ਦੀ ਬੈਠਕ ਦੌਰਾਨ ਇਸ ਮੁੱਦੇ ਉੱਤੇ ਆਮ ਸਹਿਮਤੀ ਬਣ ਜਾਂਦੀ ਹੈ ਤਾਂ ਪੈਟਰੋਲ ਦੀਆਂ ਕੀਮਤਾਂ ਇੱਕ ਝਟਕੇ 'ਚ ਘਟ ਕੇ 47 ਰੁਪਏ ਪ੍ਰਤੀ ਲੀਟਰ ਤੱਕ ਆ ਜਾਣਗੀਆਂ। ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਉੱਤੇ ਵੱਧ ਤੋਂ ਵੱਧ 28% ਦੀ ਟੈਕਸ ਵੀ ਲੱਗਦਾ ਹੈ ਤਾਂ ਪੈਟਰੋਲ ਦੀ ਕੀਮਤ 47 ਰੁਪਏ ਪ੍ਰਤੀ ਲੀਟਰ ਦੇ ਲਗਭਗ ਹੋ ਜਾਵੇਗੀ। ਪਰ ਇਸ ਉੱਤੇ ਆਮ ਸਹਿਮਤੀ ਬਣਨਾ ਆਸਾਨ ਨਹੀਂ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਸਰਕਾਰ ਦਾ ਕਿਉਂ ਇਸ ਮੁੱਦੇ ਉੱਤੇ ਆਮ ਸਹਿਮਤੀ ਬਣਨਾ ਆਸਾਨ ਨਹੀਂ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਪੇਚ ਕਿੱਥੇ ਫਸਿਆ ਹੈ। ਦਰਅਸਲ ਪੈਟਰੋਲ ਡੀਜ਼ਲ ਕੇਂਦਰ ਅਤੇ ਸੂਬਾ ਸਰਕਾਰ ਦਾ ਸਭ ਤੋਂ ਵੱਡਾ ਮਾਲੀਆ ਸਰੋਤ ਹੈ, ਜਿਸ ਦੀ ਵਜ੍ਹਾ ਨਾਲ ਸਰਕਾਰਾਂ ਇਸ ਨੂੰ GST ਦੇ ਦਾਇਰੇ ਵਿੱਚ ਲੈ ਕੇ ਆਉਣ ਤੋਂ ਹੱਥ ਪਿੱਛੇ ਖਿੱਚਦੀਆਂ ਰਹੀਆਂ ਨੇ। ਜੇਕਰ ਇਹ GST ਦੇ ਦਾਇਰੇ ਵਿੱਚ ਆਉਂਦਾ ਹੈ ਤਾਂ ਸੂਬਾ ਸਰਕਾਰਾਂ ਨੂੰ ਵੱਡਾ ਵਿੱਤੀ ਨੁਕਸਾਨ ਝੱਲਣਾ ਪਵੇਗਾ। ਸੂਬਾ ਸਰਕਾਰਾਂ ਨੂੰ ਹੋਣ ਵਾਲਾ ਇਹ ਨੁਕਸਾਨ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਵੀ ਹੋ ਸਕਦਾ ਹੈ। SBI ਇੱਕ ਰੈਪ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਮੁਤਾਬਕ ਜਿਨ੍ਹਾਂ 3 ਸੂਬਿਆਂ ਨੂੰ ਇਸ ਦਾ ਸਭ ਤੋਂ ਵੱਡਾ ਨੁਕਸਾਨ ਝੱਲਣਾ ਪਵੇਗਾ। ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਮਹਾਰਾਸ਼ਟਰ ਦਾ। ਮਹਾਰਾਸ਼ਟਰ ਨੂੰ ਇਸ ਕਾਰਨ 10,424 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਉੱਥੇ ਹੀ ਰਾਜਸਥਾਨ ਨੂੰ ਇਸ ਕਾਰਨ 6,388 ਕਰੋੜ ਰੁਪਏ ਅਤੇ ਮੱਧ ਪ੍ਰਦੇਸ਼ ਨੂੰ 5,499 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਝੱਲਣਾ ਪੈ ਸਕਦਾ ਹੈ। ਇਹ ਤਾਂ ਹੋਈ ਸੂਬਿਆਂ ਨੂੰ ਹੋਣ ਵਾਲੇ ਨੁਕਸਾਨ ਦੀ ਗੱਲ। ਆਓ ਹੁਣ ਇਸ ਦੇ ਨਾਲ ਹੀ ਦੱਸ ਦਿੰਦੇ ਹਾਂ ਪ੍ਰਤੀ ਲੀਟਰ ਪੈਟਰੋਲ ਉੱਤੇ ਵਸੂਲੇ ਜਾਣ ਵਾਲੇ ਟੈਕਸ ਬਾਰੇ। ਜੇਕਰ ਪ੍ਰਤੀ ਲੀਟਰ ਪੈਟਰੋਲ ਤੇ ਵਸੂਲੇ ਜਾਣ ਵਾਲੇ ਟੈਕਸ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਦਿੱਲੀ 'ਚ ਇਸ ਵੇਲੇ ਪੈਟਰੋਲ ਦੀ ਕੀਮਤ 91 ਰੁਪਏ 17 ਪੈਸੇ ਹੈ। ਹੁਣ ਤੁਹਾਨੂੰ ਦੱਸ ਦਈਏ ਕਿ ਪੈਟਰੋਲ ਦੀ ਕੀਮਤ ਦੇ ਹਿਸਾਬ ਨਾਲ ਦੱਸਦੇ ਹਾਂ ਕਿ ਦਿੱਲੀ 'ਚ ਪ੍ਰਤੀ ਲੀਟਰ ਪੈਟਰੋਲ ਉੱਤੇ ਕਿੰਨਾ ਲੱਗਦਾ ਹੈ ਟੈਕਸ। ਪੈਟਰੋਲ ਦੀ ਬੇਸ ਕੀਮਤ 33.26 ਰੁਪਏ, ਡੀਲਰ ਕੋਲ ਪਹੁੰਚ ਦੀ ਕੀਮਤ 00.28 ਪੈਸੇ, ਐਕਸਾਈਜ਼ ਡਿਊਟੀ 32.90 ਰੁਪਏ, ਡੀਲਰ ਦਾ ਕਮਿਸ਼ਨ 3.69 ਰੁਪਏ, ਦਿੱਲੀ ਸਰਕਾਰ ਦਾ ਵੈਟ 21.04 ਰੁਪਏ, ਕੁੱਲ ਕੀਮਤ 91.17 ਰੁਪਏ, ਯਾਨੀ ਕਿ 91 ਰੁਪਏ 17 ਪੈਸੇ। ਇਸ ਤਰ੍ਹਾਂ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਪ੍ਰਤੀ ਲੀਟਰ ਪੈਟਰੋਲ ਵੇਚ ਕੇ ਕੇਂਦਰ ਤੇ ਸੂਬਾ ਸਰਕਾਰ ਲੋਕਾਂ ਕੋਲੋਂ 57 ਰੁਪਏ 63 ਪੈਸੇ ਟੈਕਸ ਵਜੋਂ ਵਸੂਲ ਰਹੀ ਹੈ। ਇਸੇ ਤਰ੍ਹਾਂ ਹੀ ਪੰਜਾਬ 'ਚ ਵੀ ਸੂਬਾ ਸਰਕਾਰ ਕੇਂਦਰ ਨਾਲ ਮਿਲ ਕੇ ਪੈਟਰੋਲ ਤੇ ਡੀਜ਼ਲ ਤੋਂ ਮੋਟਾ ਮੁਨਾਫਾ ਕਮਾ ਰਿਹਾ ਹੈ। ਇਹੀ ਮੁਨਾਫਾ ਸਰਕਾਰ ਵੱਲੋਂ ਸੂਬੇ ਅੰਦਰ ਕੀਤੇ ਜਾਣ ਵਾਲੇ ਕਾਰਜਾਂ ਲਈ ਵੀ ਵਰਤਿਆ ਜਾ ਰਿਹਾ ਹੈ। ਵਿੱਤ ਮੰਤਰੀ ਵੱਲੋਂ ਮੰਗਲਵਾਰ ਨੂੰ ਲੋਕ ਸਭਾ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ GST ਦੇ ਦਾਇਰੇ 'ਚ ਲਿਆਉਣ ਦੇ ਦਿੱਤੇ ਗਏ ਬਿਆਨ ਨੇ ਲੋਕਾਂ ਲਈ ਕੁਝ ਰਾਹਤ ਵਾਲੀ ਖਬਰ ਤਾਂ ਜ਼ਰੂਰ ਲਿਆਂਦੀ ਹੈ। ਪਰ ਭਾਜਪਾ ਦੇ ਹੀ ਸੀਨੀਅਰ ਆਗੂ ਸੁਸ਼ੀਲ ਮੋਦੀ ਨੇ ਰਾਜ ਸਭਾ ਵਿੱਚ ਸਾਫ਼ ਕਰ ਦਿੱਤਾ ਕਿ ਜੇਕਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ GST ਦੇ ਅਧੀਨ ਕੀਤਾ ਤਾਂ ਵੱਡਾ ਨੁਕਸਾਨ ਹੋਵੇਗਾ। ਤੁਸੀਂ खुद ही सुनो राज्य सभा में सुशील मोदी की बोले। बार बार पेट्रोल डीजल की बात आती है सौती महोदय, मैं पेट्रोल डीजल के बारे में एक ही बात करना है और कह दिया जाता है सरकार के पॉकेट में चला गया। क्या सरकार की पॉकेट कोई अलग पॉकेट है क्या? अगर आज एक्साइज ड्यूटी और बाकी से अगर जो पैसा आता है सरकार के खजाने में जाता है और अगर आज घर घर बिजली पहुंचे, घर घर शौचालय बना है, हर घर नल जल दिया जाना है तो पैसा कहाँ से आएगा सौती महोदय? तो अगर हमने डीजल और पेट्रोल से होने वाली आमदनी को अगर देश के विकास के कामों में खर्च हम कर रहे हैं तो उसको भी चुनौती दी जा रही है। और सौती महोदय ये सदन को मैं बताना चाहूँगा कि अगर 100 रुपये पेट्रोल या डीजल की कीमत है तो 60 रुपया उसमें टैक्स के रूप में लगता है। और ये 60 रुपया केवल केंद्र को नहीं मिलता सौती महोदय, इसे 35 रुपया केंद्र को और 25 रुपया स्टेट को मिलता है। और जो 35 रुपया भी जो केंद्र का है उसमें भी 42% जो है वो राज्यों को प्राप्त होता है सौती महोदय। सौती महोदय बार बार एक बात आती है कि पेट्रोल डीजल को GST में डाल दिया जाए, पेट्रोल डीजल को GST में डाल दिया जाए। सौती महोदय मैं चूंकि GST से लंबे समय तक जुड़ा रहा हूं, मैं सदन से जानना चाहूंगा अगर पेट्रोल डीजल को GST में डाल दिया गया
तो राज्यों को 2 लाख करोड़ से ज्यादा का जो नुकसान होगा उसकी भरपाई कहां से होगी? अगर 60% रेवेन्यू पेट्रोल और डीजल का और लगभग 5 लाख करोड़ रुपया प्रति वर्ष स्टेट और सेंटर को पेट्रोलियम प्रोडक्ट्स के रेवेन्यू से प्राप्त होता, 5 लाख करोड़, और इस 5 लाख करोड़ जो रेवेन्यू प्राप्त होता है सेंटर और स्टेट को, अगर इसको जीएसटी में डाल दिया गया तो जीएसटी का तो हाईएस्ट स्लैब 28% है और अभी 60% टैक्स दिया जा रहा है। तो जो 2 लाख 2.5 लाख करोड़ का नुकसान होगा उसकी भरपाई कहां से होगी श्रोती महोदय? और 28% टैक्स का मतलब है कि केंद्र राज्य दोनों को मिलाकर केवल 14 रुपया टैक्स के रूप में प्राप्त होगा। स्टेट्स विल गेन ओनली 14 रुपीज एज ए जीएसटी इफ पेट्रोलियम प्रोडक्ट्स आर इंक्लूडेड इन द जीएसटी रिजिम। आज जहां उनको 60 रुपया मिल रहा है उनको केवल 12 रुपया मिलेगा। तो 48 रुपए का जो नुकसान होगा श्रोती महोदय उसकी भरपाई कहां से होगी श्रोती महोदय? तो मैं सदन के माध्यम से कहना चाहूंगा, यह संभव नहीं है कि आगे आने वाले 8-10 वर्षों तक पेट्रोल और डीजल को जीएसटी में डाला जा सके, क्योंकि कोई राज्य, चाहे वो कांग्रेस की सरकार हो या बीजेपी की सरकार हो, कोई राज्य जो है वो 2 लाख करोड़ से ज्यादा के नुकसान की भरपाई करने के लिए, क्षति के लिए वो तैयार नहीं होगी सत्य महोदय। ਸੁਸ਼ੀਲ ਮੋਦੀ ਦੇ ਇਸ ਬਿਆਨ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਖੁਦ ਆਪਣੇ ਹੀ ਵਿੱਤ ਮੰਤਰੀ ਦੇ ਜੀਐਸਟੀ ਵਾਲੇ ਬਿਆਨ ਤੋਂ ਬਿਲਕੁਲ ਵੀ ਉਹ ਸਹਿਮਤ ਨਹੀਂ ਹਨ। ਦੇਸ਼ ਅੰਦਰ ਪੈਟਰੋਲ ਡੀਜ਼ਲ ਦੀਆਂ ਮਹਿੰਗੀਆਂ ਕੀਮਤਾਂ ਤੋਂ ਲੋਕਾਂ ਨੂੰ ਕਦੋਂ ਰਾਹਤ ਮਿਲੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਅਰੁਣ ਚੋਪੜਾ ਦੀ ਰਿਪੋਰਟ, ਜਗਬਾਣੀ ਟੀਵੀ।